ਸਤਿ ਸ਼੍ਰੀ ਅਕਾਲ ਜੀ, ਮੈਂ ਅਮਰਪਾਲ ਸਿੰਘ। ਤੁਸੀਂ ਦੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ। ਅੱਜ ਸਾਡੀ ਟੀਮ ਉਚੇਚੇ ਤੌਰ ਤੇ ਸ਼ਿਲੋਂਗ ਪਹੁੰਚੀ ਹੈ। ਸ਼ਿਲੋਂਗ ਦੀ ਧਰਤੀ ਤੇ ਗੁਰੂ ਨਾਨਕ ਦੇਵ ਜੀ ਨੇ 4 ਉਦਾਸੀਆਂ ਦੌਰਾਨ ਇੱਥੇ ਚਰਨ ਪਾਏ ਸਨ। 200 ਸਾਲ ਪਹਿਲਾਂ ਦੀ ਗੱਲ ਕਰੀਏ ਤੇ ਬ੍ਰਿਟਿਸ਼ ਗੌਰਮੈਂਟ ਦਾ ਰਾਜ ਹੁੰਦਾ ਸੀ ਇੱਥੇ। ਉਸ ਸਮੇਂ ਦੀ ਬ੍ਰਿਟਿਸ਼ ਗੌਰਮੈਂਟ ਦੇ ਸਿੱਖ ਰੇਜਮੈਂਟ ਵੱਲੋਂ ਇੱਥੇ ਗੁਰਦੁਆਰਾ ਸਾਹਿਬ ਬਣਾਇਆ ਗਿਆ ਸੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ, ਜਿਸ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਕੇ ਅੱਜ 5 ਮੰਜ਼ਿਲਾ ਨਵੀਂ ਇਮਾਰਤ ਤਿਆਰ ਕੀਤੀ ਗਈ ਹੈ। ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ ਸਾਹਿਬਾਨ ਵੀ ਇੱਥੇ ਉਚੇਚੇ ਤੌਰ ਤੇ ਪਹੁੰਚੇ ਹਨ। ਅੱਜ ਇਸ ਬਿਲਡਿੰਗ ਦਾ ਉਦਘਾਟਨ ਕੀਤਾ ਗਿਆ ਤੇ ਸੰਗਤਾਂ ਨੂੰ ਇਹ ਬਿਲਡਿੰਗ ਸਪੁਰਦ ਕੀਤੀ ਗਈ ਹੈ। ਸਾਡੇ ਨਾਲ ਨੇ ਕਾਲੋ ਸਾਹਿਬ, ਅਸੀਂ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ ਕਾਲੋ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਾਲੋ ਸਾਹਿਬ, ਅੱਜ ਗੁਰਦੁਆਰਾ ਸਾਹਿਬ ਦਾ ਨਿਰਮਾਣ ਹੋਇਆ, ਕੀ ਕਹਿਣਾ ਚਾਹੋਗੇ? ਅੱਜ ਬਹੁਤ ਖੁਸ਼ੀ ਵਾਲੀ ਗੱਲ ਹੈ ਔਰ ਵਧਾਈ ਦੇ ਪਾਤਰ ਹੈ ਇੱਥੋਂ ਦੀ ਸੰਗਤ, ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਔਰ ਇੱਥੇ ਅੱਜ ਬਹੁਤ ਆਲੀਸ਼ਾਨ ਗੁਰਦੁਆਰਾ ਸਾਹਿਬ ਬਣਾਇਆ। 5 ਮੰਜ਼ਿਲਾ ਇਹ ਗੁਰਦੁਆਰਾ ਸਾਹਿਬ ਬਣਾਇਆ, ਜਿਹਦੇ ਵਿੱਚ ਲੰਗਰ ਘਰ, ਰਹਿਣ ਦਾ ਅਰੇਂਜਮੈਂਟ ਹੈ। ਉਸ ਤੋਂ ਇਲਾਵਾ ਜਿੱਥੇ ਅਖੰਡ ਪਾਠ ਸਾਹਿਬ ਚੱਲਣੇ ਆ ਉਹ ਹੈ, ਜੋੜਾ ਘਰ ਹੈ, ਲਾਇਬ੍ਰੇਰੀ ਹੈ ਔਰ ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ, ਦੀਵਾਨ ਹਾਲ ਹੈ। ਜਿੱਥੇ ਲੋਕਲ ਸੰਗਤ ਵੱਲੋਂ ਇੱਥੋਂ ਦੇ ਪ੍ਰਧਾਨ ਸਰਦਾਰ ਗੁਰਜੀਤ ਸਿੰਘ ਜੀ ਵੱਲੋਂ ਉਪਰਾਲਾ ਕੀਤਾ ਗਿਆ, ਉੱਥੇ ਨਾਲ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਆਪਣਾ ਬਣਦਾ ਯੋਗਦਾਨ ਇਸ ਕਾਰ ਸੇਵਾ ਦੇ ਵਿੱਚ, ਜਿਹੜੀ ਇਹ ਸੇਵਾ ਹੋਈ ਹੈ, ਇਸ ਸੇਵਾ ਦੇ ਵਿੱਚ ਪਾਇਆ ਗਿਆ। ਕਾਲੋ ਸਾਹਿਬ, 2018 ਦੀ ਗੱਲ ਕਰੀਏ ਤੇ ਸ਼ਿਲੋਂਗ ਦੇ ਵਿੱਚ ਸਿੱਖਾਂ ਦੇ ਨਾਲ ਬਹੁਤ ਵੱਡਾ ਵਿਤਕਰਾ ਕੀਤਾ ਗਿਆ ਸੀ। ਭਾਵੇਂ ਸਰਕਾਰਾਂ ਦੀ ਗੱਲ ਕਰੀਏ, ਭਾਵੇਂ ਪ੍ਰਸ਼ਾਸਨ ਦੀ ਗੱਲ ਕਰੀਏ, ਸਾਰੇ ਇਕੱਠੇ ਹੋ ਗਏ ਸਨ ਅਤੇ ਸਿੱਖ ਇੱਕ ਪਾਸੇ ਸਨ। ਉਸ ਸਮੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਿਲੋਂਗ ਦੇ ਸਿੱਖਾਂ ਦੀ ਸਾਰ ਲਈ। ਕਿਸ ਤਰ੍ਹਾਂ ਦਾ ਇਹ ਮਾਹੌਲ ਸੀ? ਮੈਂ ਚਾਹਾਂਗਾ ਸਾਡੇ ਦਰਸ਼ਕਾਂ ਨੂੰ ਇਸ ਬਾਰੇ ਥੋੜ੍ਹੀ ਜਿਹੀ ਰੋਸ਼ਨੀ ਪਾਓ। ਬਿਲਕੁਲ ਜੀ, ਉਸ ਸਮੇਂ ਅੰਮ੍ਰਿਤਪਾਲ ਜੀ ਬਹੁਤ ਹੀ ਔਖਾ ਸਮਾਂ ਸੀ ਇੱਥੇ ਸਿੱਖਾਂ ਦੇ ਵਾਸਤੇ, ਕਿਉਂਕਿ ਇਹ ਜਿਹੜੀ ਜਗ੍ਹਾ ਹੈ ਇਹ ਪੰਜਾਬੀ ਲੈਂਡ ਦੇ ਨਾਂ 'ਤੇ ਜਾਣੀ ਜਾਂਦੀ ਹੈ ਔਰ ਇਹ ਵਿੱਚੋਂ ਦੀ ਰੋਡ ਨਿਕਲਦੀ ਹੈ। ਰੋਡ ਦੇ ਦੋਨੋਂ ਪਾਸੇ ਸਾਡੇ ਸਿੱਖ ਪਰਿਵਾਰ ਜਿਹੜੇ ਉਹ ਵਸੇ ਹੋਏ ਆ, ਕੋਈ 150 ਸਾਲ ਤੋਂ, ਕੋਈ 125 ਸਾਲ ਤੋਂ, ਕੋਈ 160 ਸਾਲ ਤੋਂ ਇੱਥੇ ਵਸੇ ਹੋਏ ਆ। ਚੌਥੀ ਪੰਜਵੀਂ ਪੀੜ੍ਹੀ ਸਿੱਖਾਂ ਦੀ ਇੱਥੇ ਹੈਗੀ ਆ। ਪਿਛੋਕੜ ਇਹਨਾਂ ਸਾਰਿਆਂ ਦਾ ਪੰਜਾਬ ਨਾਲ ਜੁੜਦਾ ਹੈ ਔਰ ਬ੍ਰਿਟਿਸ਼ਰਸ ਦੇ ਟਾਈਮ ਦੇ ਉੱਤੇ ਇੱਥੇ ਆਏ ਸੀ। ਇੱਥੇ ਆ ਕੇ ਇਹਨਾਂ ਨੇ ਕੁਝ ਸਰਕਾਰੀ ਨੌਕਰੀਆਂ ਸੀ, ਬ੍ਰਿਟਿਸ਼ ਆਰਮੀ ਦੇ ਵਿੱਚ ਸੀ, ਕੁਝ ਇੱਥੇ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਸੇਵਾਵਾਂ ਨਿਭਾ ਰਹੇ ਸਨ। ਤਾਂ ਪੀੜ੍ਹੀ ਦਰ ਪੀੜ੍ਹੀ ਇਹ ਇੱਥੇ ਜੌਬ ਵੀ ਕਰਦੇ ਰਹੇ। ਹੌਲੀ ਹੌਲੀ ਇਹਨਾਂ ਨੇ ਕੁਝ ਕਾਰੋਬਾਰ ਵੀ ਸੈੱਟ ਕੀਤੇ। ਲਗਭਗ ਚੌਥੀ ਪੰਜਵੀਂ ਪੀੜ੍ਹੀ ਹੈ। ਔਰ ਉਸ ਸਮੇਂ ਇੱਕਦਮ ਇੱਥੋਂ ਦੀ ਇੱਕ ਕਮਿਊਨਿਟੀ ਹੈ, ਖਾਸੀ ਕਮਿਊਨਿਟੀ, ਲੋਕਲ ਕਮਿਊਨਿਟੀ, ਟਰਾਈਬਸ ਹੈਗੇ ਆ। ਉਹਨਾਂ ਨੇ ਇੱਕਦਮ ਅਚਾਨਕ ਹੀ ਇਹਨਾਂ ਦੇ ਉੱਤੇ ਇੱਕ ਕਿਸਮ ਦਾ ਹਮਲਾ ਬੋਲ ਦਿੱਤਾ ਅਤੇ ਸਰਕਾਰ ਦੀ ਵੀ, ਜਿਹੜੀ ਇੱਥੋਂ ਦੀ ਲੋਕਲ ਸਰਕਾਰ ਹੈ, ਉਸ ਦੀ ਵੀ ਮਿਲੀ ਭੁਗਤ ਸੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਇੱਥੋਂ ਉਜਾੜ ਦਿੱਤਾ ਜਾਏ, ਸਿੱਖਾਂ ਨੂੰ ਇੱਥੋਂ ਕੱਢ ਦਿੱਤਾ ਜਾਏ। ਇਹਨਾਂ ਦੇ ਉੱਤੇ ਉਸ ਸਮੇਂ ਉਹਨਾਂ ਨੇ ਬਹੁਤ ਜ਼ਿਆਦਾ ਪੱਥਰ ਵੀ ਮਾਰੇ, ਗੋਲੀਆਂ ਤੱਕ ਚਲਾਈਆਂ, ਪੈਟਰੋਲ ਬੰਬ ਵੀ ਵਰਤੇ ਗਏ। ਅਤੇ ਇਹ ਇੱਕਦਮ ਇਹਨਾਂ ਨੇ ਫਿਰ ਇੱਥੋਂ ਅਪੀਲ ਕੀਤੀ ਜਦੋਂ ਸਿੱਖਾਂ ਨੇ, ਅਤੇ ਅਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ ਦੀ ਅਗਵਾਈ ਦੇ ਵਿੱਚ ਸਾਡੀ ਟੀਮ ਇੱਥੇ ਪਹੁੰਚੀ ਔਰ ਅਸੀਂ ਪਹੁੰਚ ਕੇ ਜਿੱਥੇ ਤੁਰੰਤ ਪ੍ਰਸ਼ਾਸਨ ਦੇ ਨਾਲ ਗੱਲ ਕੀਤੀ, ਲਾਅ ਐਂਡ ਆਰਡਰ ਬਹਾਲ ਕੀਤਾ, ਫੋਰਸ ਦੋਨੋਂ ਸਾਈਡਾਂ ਦੇ ਉੱਤੇ ਲਗਾਈ ਉਸ ਪੂਰੀ ਬਸਤੀ ਦੇ ਵਿੱਚ ਔਰ ਨਾਲ ਹੀ ਇਮੀਡੀਏਟਲੀ ਅਸੀਂ ਮੂਵ ਕੀਤਾ ਇੱਥੋਂ ਦੀ ਮੇਘਾਲਿਆ ਹਾਈ ਕੋਰਟ ਦੇ ਵਿੱਚ। ਔਰ ਮੇਘਾਲਿਆ ਹਾਈ ਕੋਰਟ ਦੇ ਵਿੱਚ ਮੂਵ ਕਰਕੇ ਔਰ ਕੋਰਟ ਨੇ, ਮਾਨਯੋਗ ਅਦਾਲਤ ਨੇ ਉਸ ਸਮੇਂ ਇਹਨਾਂ ਦੀ ਜੋ ਬਣਦਾ ਹੱਕ ਸੀ ਉਸ ਨੂੰ ਸਮਝਦੇ ਹੋਏ, ਜਿਹੜੀ ਸਰਕਾਰ ਵੱਲੋਂ ਨੋਟਿਸ ਸੀ ਇਹਨਾਂ ਨੂੰ ਤੁਰੰਤ ਖਾਲੀ ਕਰਨ ਦਾ, ਉਸ ਦੇ ਉੱਤੇ ਸਟੇ ਲਗਾ ਦਿੱਤੀ। ਸਟੇ ਲਗਾਉਣ ਤੋਂ ਬਾਅਦ ਜੋ ਅੱਜ ਇੰਨਾ ਵੱਡਾ ਗੁਰਦੁਆਰਾ ਸਾਹਿਬ ਬਣ ਗਿਆ, ਸਿੱਖ ਚੜ੍ਹਦੀ ਕਲਾ ਵਿੱਚ ਨੇ, ਮੈਂ ਚਾਹਾਂਗਾ ਜੋ ਪੈਰਵਾਈ ਸਮੇਂ-ਸਮੇਂ ਸਿਰ ਹੁੰਦੀ ਰਹੀ ਅਤੇ ਮੌਜੂਦਾ ਸਟੇਟਸ ਕੀ ਹੈ ਉਹਦੇ ਬਾਰੇ ਦੱਸੋ। ਹਾਂ ਬਿਲਕੁਲ। ਸੋ ਉਸ ਸਮੇਂ ਜਦੋਂ ਇਹ ਸਟੇ ਹੋਈ ਤੇ ਇੱਕ ਸੁੱਖ ਦਾ ਸਾਹ ਆਇਆ ਕਿ ਵੀ ਹੁਣ ਘੱਟ ਤੋਂ ਘੱਟ ਕੋਰਟ ਦਾ ਅਜੇ ਕੇਸ ਚੱਲੇਗਾ, ਜੋ ਫੈਸਲਾ ਹੋਏਗਾ, ਲੀਗਲ ਲੜਾਈ ਲੜਾਂਗੇ। ਸੋ ਇੰਨੀ ਆਸਾਨੀ ਨਹੀਂ ਹੈ ਕਿ ਇੱਥੋਂ ਇਹਨਾਂ ਨੂੰ ਖਾਲੀ ਕਰਤਾ ਜਾਏ। ਫਿਰ ਸਿਰਸਾ ਸਾਹਿਬ ਨੇ ਲਗਾਤਾਰ ਇਹ ਜਿਹੜੀ ਲੜਾਈ ਸੀ ਉਹ ਲੜਦੇ ਰਹੇ। ਫਿਰ ਦਾਸ ਦੀ ਡਿਊਟੀ ਲੱਗੀ। ਸਿਰਸਾ ਸਾਹਿਬ ਨੇ ਕਿਹਾ, ਕਿਉਂਕਿ ਮੈਂ ਉਸ ਸਮੇਂ ਲੀਗਲ ਸੈੱਲ ਦਾ ਚੇਅਰਮੈਨ ਸੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਸੋ ਮੈਨੂੰ ਸਿਰਸਾ ਸਾਹਿਬ ਨੇ ਕਿਹਾ ਕਿ ਵੀ ਤੁਸੀਂ ਇਹ ਆਪਣੇ ਸਾਰੇ ਕੰਮ ਛੱਡੋ ਅਤੇ ਪਹਿਲਾਂ ਇਸ ਇਸ਼ੂ ਨੂੰ ਜਿਹੜਾ ਪਿਕਅਪ ਕਰੋ। ਮੈਂ ਫਿਰ ਇੱਥੇ ਲਗਾਤਾਰ, ਅਸੀਂ ਸੀਨੀਅਰ ਸਾਡੇ ਐਡਵੋਕੇਟਸ ਉਹਨਾਂ ਦੀ ਟੀਮ ਲੈ ਕੇ ਆਏ, ਸਾਰਾ ਸਟੱਡੀ ਕੀਤਾ, ਅਸੀਂ ਸਾਰਾ ਕੇਸ ਨੂੰ ਸਮਝਿਆ। ਉਸ ਤੋਂ ਬਾਅਦ ਅਜੇ ਇਹ ਚੱਲ ਹੀ ਰਿਹਾ ਸੀ ਸਾਡਾ ਸਾਰਾ, ਅੱਗੇ ਦੀ ਅਸੀਂ ਕੀ ਕਾਰਵਾਈ ਕਰਨੀ ਹੈ ਕਿ ਸਰਕਾਰ ਨੇ ਰਿਵਿਊ ਪਟੀਸ਼ਨ ਪਾ ਦਿੱਤੀ, ਜਿਹੜਾ ਨੋਟਿਸ ਹੋਇਆ ਸੀ, ਸਟੇ ਹੋਇਆ ਸੀ, ਉਸ ਦੀ ਰਿਵਿਊ ਪਟੀਸ਼ਨ ਪਾ ਦਿੱਤੀ। ਫਿਰ ਅਸੀਂ ਉਹ ਰਿਵਿਊ ਪਟੀਸ਼ਨ ਨੂੰ ਡਿਫੈਂਡ ਕਰਦੇ ਰਹੇ, ਸਾਡੇ ਲਗਾਤਾਰ ਆਰਗੂਮੈਂਟਸ ਅਸੀਂ ਕਰਦੇ ਰਹੇ, ਡੇਟਾਂ 'ਤੇ ਆਉਂਦੇ ਰਹੇ।
ਅਲਟੀਮੇਟਲੀ ਸਿਚੁਏਸ਼ਨ ਇਹ ਬਣੀ ਕਿ ਸਰਕਾਰ ਨੂੰ ਰਿਵਿਊ ਪਟੀਸ਼ਨ ਜਿਹੜੀ ਆ ਉਹ ਵਾਪਸ ਲੈਣੀ ਪਈ, ਕਿਉਂਕਿ ਅਸੀਂ ਇਸ ਹਾਲਾਤ ਦੇ ਵਿੱਚ ਲੀਗਲੀ ਸਟੈਂਡ ਕਰ ਰਹੇ ਸੀ ਕਿ ਉਹਨਾਂ ਦੀ ਮੇਨਟੇਨੇਬਲ ਨਹੀਂ ਸੀ। ਜੀ। ਫਿਰ ਜਦੋਂ ਉਹਨਾਂ ਨੇ ਦੇਖਿਆ ਕਿ ਹੁਣ ਰਿਵਿਊ ਪਟੀਸ਼ਨ ਸਾਡੀ ਡਿਸਮਿਸ ਹੋਏਗੀ, ਉਹਨਾਂ ਨੇ ਵਿਡਰਾਅ ਕਰ ਲਈ। ਫਿਰ ਅਸੀਂ ਸੁੱਖ ਦਾ ਸਾਹ ਲਿਆ ਕਿ ਚਲੋ ਹੁਣ ਐਟਲੀਸਟ ਫਿਰ ਜਿਹੜੀ ਹੈ ਇੱਥੋਂ ਦੀ ਕੋਈ ਰਾਹਤ ਮਿਲੇਗੀ। ਲੇਕਿਨ ਕੁਝ ਹੀ ਸਮੇਂ ਬਾਅਦ ਫਿਰ ਇਹਨਾਂ ਨੇ ਇੱਕ ਅਪੀਲ ਪਾ ਦਿੱਤੀ। ਹੁਣ ਅਪੀਲ ਨੂੰ ਅਸੀਂ ਵਿੱਚ ਕਰੋਨਾ ਆ ਗਿਆ, 1.5 ਸਾਲ ਤੱਕ ਫਿਰ ਕੋਰਟ ਜਿਹੜੀ ਆ ਉਹ ਡੇਟਸ ਪੈਂਦੀਆਂ ਰਹੀਆਂ, ਕੋਈ ਕਾਰਵਾਈ ਨਹੀਂ ਹੋਈ। ਲੇਕਿਨ ਅਸੀਂ ਲਗਾਤਾਰ ਇੱਕ ਟਾਈਮ ਦੇ ਉੱਤੇ ਸਿਚੁਏਸ਼ਨ ਐਸੀ ਆਈ ਕਿ ਸਰਕਾਰ ਨੇ ਦੁਬਾਰਾ ਫਿਰ ਨੋਟਿਸਸ ਦੇ ਦਿੱਤੇ, ਕੋਈ ਡਿਟੇਲ ਮੰਗੀ ਔਰ ਤੁਰੰਤ ਫਿਰ ਉਹ ਕਾਰਵਾਈ ਕਰਨ ਦੇ ਮੂਡ 'ਚ ਸੀ। ਫਿਰ ਅਸੀਂ ਇਮੀਡੀਏਟਲੀ ਸੁਪਰੀਮ ਕੋਰਟ ਮੂਵ ਕੀਤਾ। ਸੁਪਰੀਮ ਕੋਰਟ ਮੂਵ ਕਰਕੇ ਸੁਪਰੀਮ ਕੋਰਟ ਤੋਂ ਨੋਟਿਸ ਹੋਇਆ ਸਰਕਾਰ ਨੂੰ। ਜਿਵੇਂ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਨੋਟਿਸ ਹੋਇਆ ਤੇ ਸਰਕਾਰ ਫਿਰ ਠੰਡੇ ਬਸਤੇ 'ਚ ਪੈ ਗਈ ਗੱਲ। ਫਿਰ ਅਜੇ ਸੁਪਰੀਮ ਕੋਰਟ ਦੇ ਵਿੱਚ ਵੀ ਸਾਡਾ ਕੇਸ ਪੈਂਡਿੰਗ ਹੈ, ਕਿਉਂਕਿ ਅਸੀਂ ਉਸ ਨੂੰ ਅਜੇ ਪਰਸੂ ਵੀ ਨਹੀਂ ਕੀਤਾ, ਕਿਉਂਕਿ ਉਸ ਦੀ ਹੁਣ ਅਜੇ ਫਿਲਹਾਲ ਲੋੜ ਨਹੀਂ ਸੀ। ਤੇ ਜਿਹੜੀ ਅਪੀਲ ਹੈ ਉਹ ਅਪੀਲ ਦੀ ਅਸੀਂ ਲਗਾਤਾਰ ਉਸ ਨੂੰ ਡਿਫੈਂਡ ਕਰ ਰਹੇ ਹਾਂ ਔਰ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਉਹ ਜਿਹੜੀ ਅਪੀਲ ਹੈ ਉਹ ਵੀ ਡਿਸਮਿਸ ਹੋਏਗੀ, ਫੈਸਲਾ ਸਾਡੇ ਹੱਕ ਦੇ ਵਿੱਚ ਆਏਗਾ। ਲੇਕਿਨ ਜਿੱਥੋਂ ਤੱਕ ਲੀਗਲ ਬੈਟਲ ਹੈ ਉਹ ਅਸੀਂ ਲਗਾਤਾਰ ਲੜਦੇ ਪਏ ਹਾਂ। ਸੇਮ ਟਾਈਮ ਅਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਂ ਸਰਦਾਰ ਗੁਰਜੀਤ ਸਿੰਘ ਜਿਹੜੇ ਕਿ ਇੱਥੇ ਲੜਾਈ ਲੋਕਲ ਲੜਦੇ ਪਏ ਆ, ਪ੍ਰਧਾਨ ਹੈ ਇੱਥੋਂ ਦੇ ਸਾਰੇ ਸਿੱਖਾਂ ਦੇ, ਉਹਨਾਂ ਨੂੰ ਮੈਂ ਕਿਹਾ ਕਿ ਆਪਾਂ ਸਰਕਾਰ ਦੇ ਨਾਲ ਵੀ ਗੱਲਬਾਤ ਕਰੀਏ। ਅਸੀਂ ਫਿਰ ਇੱਕ ਰਿਪਰੈਜ਼ੈਂਟੇਸ਼ਨ ਆਪਣੇ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੀ ਸਰਕਾਰ ਨੂੰ ਔਰ ਇਹਨਾਂ ਦੇ ਜਿਹੜੇ ਡਿਪਟੀ CM ਇੱਥੇ ਉਹਨਾਂ ਦੇ ਨਾਲ ਉਹਨਾਂ ਨੇ ਫਿਰ ਸਾਨੂੰ ਸੱਦਾ ਦਿੱਤਾ ਕਿ ਤੁਸੀਂ ਆਓ ਸਾਡੇ ਨਾਲ ਗੱਲ ਕਰੋ। ਫਿਰ ਸਾਡੀ ਉਹਨਾਂ ਨਾਲ ਗੱਲਬਾਤ ਹੋਈ। ਗੱਲਬਾਤ ਦੇ ਦੌਰਾਨ ਅਸੀਂ ਆਪਣੀ ਸਾਰੀ ਲੀਗਲ ਜਿਹੜੇ ਸਾਡੇ ਹੱਕ ਹੈ ਉਹ ਵੀ ਦੱਸੇ, ਜਿਹੜੇ ਸਾਨੂੰ ਤੁਸੀਂ ਜਿਹੜਾ ਐਵੇਂ ਨਹੀਂ ਉਜਾੜ ਸਕਦੇ, ਨਹੀਂ ਇੱਥੋਂ ਕੱਢ ਸਕਦੇ, ਅਸੀਂ ਸਾਰੀ ਉਹ ਗੱਲ ਅਕਰੋਸ ਦੀ ਟੇਬਲ ਕੀਤੀ। ਤੇ ਅਲਟੀਮੇਟਲੀ ਉਹ ਫਿਰ ਸਾਡੇ ਨਾਲ ਸਹਿਮਤ ਹੋਏ ਕਿ ਠੀਕ ਹੈ ਅਸੀਂ ਤੁਹਾਨੂੰ ਆਪਣੀ ਇੱਕ ਪ੍ਰਪੋਜ਼ਲ ਦੇਵਾਂਗੇ ਤੇ ਤੁਸੀਂ ਉਹ ਪ੍ਰਪੋਜ਼ਲ ਦੇ ਉੱਤੇ ਵਿਚਾਰ ਕਰਨਾ। ਫਿਰ ਉਹਨਾਂ ਨੇ ਸਾਨੂੰ ਇੱਕ ਪ੍ਰਪੋਜ਼ਲ ਇਹ ਦਿੱਤੀ ਕਿ ਤੁਸੀਂ ਦੂਸਰੀ ਜਗ੍ਹਾ ਦੇ ਉੱਤੇ ਸ਼ਿਫਟ ਕਰਾ ਦਿਓ ਔਰ ਉਸ ਜਗ੍ਹਾ ਦੇ ਉੱਤੇ ਸਾਰੇ ਪਰਿਵਾਰ ਉੱਥੇ ਚਲੇ ਜਾਣ। ਪਹਿਲਾ ਪਰਿਵਾਰ ਨੇ 342 ਪਰਿਵਾਰ ਹੈ ਜਿਹੜੀ ਲਿਸਟ ਅਸੀਂ ਇਹਨਾਂ ਨੂੰ ਦਿੱਤੀ ਹੈ, ਲੇਕਿਨ ਉਸ ਸਮੇਂ ਉਹ 218 ਪਰਿਵਾਰਾਂ ਦੀ ਗੱਲ ਕਰ ਰਹੇ ਸੀ, ਬਾਕੀਆਂ ਨੂੰ ਕੰਸੀਡਰ ਨਹੀਂ ਕਰ ਰਹੇ ਸੀ। ਤੇ ਜਦੋਂ ਅਸੀਂ ਉਹਨਾਂ ਨੂੰ ਉਹ ਜਗ੍ਹਾ ਜਿਹੜੀ ਉਹਨਾਂ ਨੇ ਦਿੱਤੀ, ਅਸੀਂ ਫਿਰ ਸਾਰਾ ਵਿਚਾਰ ਕੀਤਾ, ਇੱਥੇ ਲੋਕਲ ਸਾਰੇ ਵੀਰਾਂ ਦੇ ਨਾਲ ਬੈਠ ਕੇ ਗੱਲ ਕੀਤੀ ਤੇ ਇਹਨਾਂ ਨੇ ਕਿਹਾ ਕਿ ਨਹੀਂ ਉਹ ਸਾਨੂੰ ਜਗ੍ਹਾ ਸੂਟ ਨਹੀਂ ਕਰਦੀ। ਅਸੀਂ ਫਿਰ ਲਿਖ ਦਿੱਤਾ ਉਹਨਾਂ ਨੂੰ, ਸਰਕਾਰ ਨੂੰ, ਕਿ ਅਸੀਂ ਇਹ ਜਗ੍ਹਾ ਸਾਨੂੰ ਇਹ ਸੂਟ ਨਹੀਂ ਕਰਦੀ, ਅਸੀਂ ਇਸ ਜਗ੍ਹਾ ਦੇ ਉੱਤੇ ਸ਼ਿਫਟ ਨਹੀਂ ਕਰਾਂਗੇ, ਤੁਸੀਂ ਸਾਨੂੰ ਹੋਰ ਕੋਈ ਬੈਟਰ ਆਪਸ਼ਨ ਦਿਓ ਔਰ ਇੰਨੀ ਜਗ੍ਹਾ ਹੋਵੇ ਸਫੀਸ਼ੀਐਂਟ ਕਿ ਜਿੱਥੇ ਸਾਡੇ ਸਾਰੇ ਸਿੱਖ ਜਿਹੜੇ ਜਿੰਨੇ ਵੀ ਇੱਥੇ ਫੈਮਲੀਜ਼ ਹੈ ਉਹ ਸਾਰੀਆਂ ਉੱਥੇ ਸੈਟਲ ਹੋ ਜਾਣ। ਨਾਲ ਬੱਚੇ ਆ, ਬੱਚਿਆਂ ਦਾ ਕੋਈ ਸਕੂਲ ਹੋਵੇ, ਕੋਈ ਕਮਿਊਨਿਟੀ ਸੈਂਟਰ ਹੋਵੇ, ਕੋਈ ਪਲੇਗਰਾਊਂਡ ਹੋਵੇ, ਇਸ ਤਰ੍ਹਾਂ ਦੇ ਸਾਰੀ ਫੈਸਿਲਿਟੀਜ਼ ਨਾਲ ਹੋਣ। ਉਸ ਤੋਂ ਬਾਅਦ ਫਿਰ ਦੁਬਾਰਾ ਮੀਟਿੰਗ ਹੋਈ। ਦੁਬਾਰਾ ਮੀਟਿੰਗ ਤੋਂ ਬਾਅਦ ਫਿਰ ਸਰਕਾਰ ਨੇ ਇੱਕ ਹੋਰ ਸਾਨੂੰ ਆਲਟਰਨੇਟ ਜਗ੍ਹਾ ਜਿਹੜੀ ਆ ਉਹ ਦਿੱਤੀ ਆ। ਔਰ ਦੂਸਰੀ ਵੱਡੀ ਗੱਲ ਇਹ ਸੀ ਕਿ ਜਦੋਂ 218 ਫੈਮਲੀਆਂ ਦੀ ਗੱਲ ਕਰ ਰਹੇ ਸੀ ਤੇ ਹੁਣ ਉਹ ਇਸ ਗੱਲ ਦੇ ਉੱਤੇ ਵੀ ਸਹਿਮਤ ਹੋ ਗਏ ਕਿ 342 ਫੈਮਲੀਆਂ ਜਿਹੜੀਆਂ ਉਹਨਾਂ ਨੂੰ ਅਸੀਂ ਅਕੋਮੋਡੇਟ ਕਰਾਂਗੇ। ਉਹ 342 ਫੈਮਲੀਆਂ ਜਿਹੜੀਆਂ ਉਹਨਾਂ ਨੂੰ ਅਸੀਂ ਹੁਣ ਉਹਨਾਂ ਨੇ ਆਪਸ਼ਨ ਸਾਨੂੰ ਦਿੱਤਾ। ਇੱਕ ਇੱਥੇ ਸ਼ਿਲੌਂਗ ਮਿਊਨਿਸਪਲ ਕਾਰਪੋਰੇਸ਼ਨ ਦੀ ਜਗ੍ਹਾ ਹੈ, ਕਰੀਬ 2.5 ਏਕੜ ਜਗ੍ਹਾ ਹੈ, ਉਹ ਉਹਨਾਂ ਨੇ ਹੁਣ ਸਾਨੂੰ ਆਪਸ਼ਨ ਦਿੱਤਾ ਹੈ ਕਿ ਤੁਸੀਂ ਇੱਥੇ ਅਗਰ ਇਸ ਜਗ੍ਹਾ ਨੂੰ ਤੁਸੀਂ ਚਾਹੋ ਤਾਂ ਅਸੀਂ ਇੱਥੇ ਮਕਾਨ ਸਾਰੇ ਬਣਾ ਕੇ ਨਾਲ ਅਟੈਚ ਬਾਥਰੂਮ, ਕਿਚਨ ਵਗੈਰਾ ਸਾਰਾ ਸੈੱਟ ਬਣਾ ਕੇ ਹਰ ਇੱਕ ਫੈਮਿਲੀ ਨੂੰ ਅਲੱਗ-ਅਲੱਗ ਜਿਹੜੇ ਆ ਉਹ ਬਣਾ ਕੇ ਦਿਆਂਗੇ। ਇਹ ਪ੍ਰਪੋਜ਼ਲ ਹੁਣ ਸਰਕਾਰ ਵੱਲੋਂ ਦੁਬਾਰਾ ਆਈ ਹੈ, ਜਦੋਂ ਕਿ ਅਸੀਂ ਇਹ ਸਰਕਾਰ ਦੇ ਉੱਤੇ ਇੰਨਾ ਕੁ ਪ੍ਰੈਸ਼ਰ ਬਣਾ ਦਿੱਤਾ ਸੀ ਕਿ ਉਹਨਾਂ ਨੂੰ ਹੁਣ ਇਹ ਆਫਰ ਦੇਣੀ ਪਈ ਹੈ, ਕਿਉਂਕਿ ਵਿੱਚੇ ਹੀ ਫਿਰ ਇਹ ਗੁਰਦੁਆਰਾ ਸਾਹਿਬ ਦਾ ਇਮਾਰਤ ਦੀ ਮੁਕੰਮਲ ਹੋ ਗਈ ਸੀ ਤੇ ਫਿਰ ਇਹਨਾਂ ਨੇ ਗੁਰਜੀਤ ਸਿੰਘ ਹੋਰਾਂ ਨੇ ਕਿਹਾ ਕਿ ਅਸੀਂ ਪਹਿਲੇ ਇਹ ਸਮਾਗਮ ਕਰ ਲਈਏ, ਸੰਗਤ ਵੀ ਦੂਰੋਂ ਨੇੜਿਓਂ ਸਾਰੀ ਆਏਗੀ, ਸਰਕਾਰ ਦੇ ਉੱਤੇ ਹੋਰ ਪ੍ਰਭਾਵ ਪਏਗਾ ਤੇ ਉਸ ਤੋਂ ਬਾਅਦ ਫਿਰ ਅਸੀਂ ਅਗਲੀ ਗੱਲ ਜਿਹੜੀ ਸਰਕਾਰ ਨਾਲ ਕਰਾਂਗੇ। ਤੇ ਹੁਣ ਅਸੀਂ ਅੱਜ ਇਹ ਸਮਾਗਮ ਜਿਹੜੇ ਹੋ ਗਏ ਆ, ਇਹਨਾਂ ਸਮਾਗਮਾਂ ਤੋਂ ਬਾਅਦ ਹੁਣ ਅਗਲੀ ਡੇਟ ਅਸੀਂ ਦੇਖਾਂਗੇ ਤੇ ਫਿਰ ਅਸੀਂ ਆਪਸ 'ਚ ਮੀਟਿੰਗ ਕਰਕੇ ਕਿ ਹੁਣ ਅਸੀਂ ਇਹ ਜਗ੍ਹਾ ਜਿਹੜੀ ਆ ਇਹ ਲੈਣੀ ਆ ਨਹੀਂ ਲੈਣੀ ਜਾਂ ਅਗਲਾ ਕੀ ਕਦਮ ਹੈ ਉਹ ਫਿਰ ਅਗਲੀ ਮੀਟਿੰਗ ਦੇ ਵਿੱਚ ਅਸੀਂ ਤੈਅ ਕਰਾਂਗੇ। ਕਾਲੋ ਸਾਹਿਬ, ਤੁਸੀਂ ਦੱਸਿਆ ਅਪੀਲ ਚੱਲਦੀ ਰਹੀ, ਜਿਸ ਦੇ ਨਤੀਜੇ ਵਜੋਂ ਅੱਜ ਗੁਰੂ ਘਰ ਦਾ ਨਿਰਮਾਣ ਵੀ ਹੋਇਆ, 5 ਮੰਜ਼ਿਲਾ ਬਿਲਡਿੰਗ ਦਾ ਉਸਾਰੀ ਵੀ ਹੋਈ, ਅੱਜ ਉਦਘਾਟਨ ਵੀ ਹੋਇਆ, ਸੰਗਤਾਂ ਨੂੰ ਸਪੁਰਦ ਵੀ ਕੀਤਾ। ਕਿਤੇ ਨਾ ਕਿਤੇ ਸਰਕਾਰ ਨੂੰ ਵੀ ਝੁਕਣਾ ਪਿਆ, ਟੇਬਲ ਤੇ ਬੈਠ ਕੇ ਤੁਹਾਡੇ ਨਾਲ ਗੱਲਬਾਤ ਕੀਤੀ ਗਈ। ਦਿੱਲੀ ਕਮੇਟੀ ਨੂੰ ਮੈਂ ਵਧਾਈ ਦੇਵਾਂਗਾ ਇਸ ਉਪਰਾਲੇ ਵਜੋਂ। ਅਤੇ ਮੈਂ ਕਾਲੋ ਸਾਹਿਬ ਇੱਕ ਗੱਲ ਪੁੱਛਾਂਗਾ, ਜਦੋਂ ਇਹ ਹਮਲਾ ਹੋਇਆ
ਵੱਡੀ ਗਿਣਤੀ 'ਚ ਹਮਲਾ ਹੋਇਆ। ਕੁਝ ਸਾਡੇ ਗਿਣਤੀ ਦੇ ਪਰਿਵਾਰ ਸਨ, 300 ਕੁਝ ਤੁਸੀਂ ਦੱਸਿਆ ਵੇ। ਇੱਕ ਪਾਸੇ ਸ਼ਿਲੌਂਗ ਦੇ ਜਿਹੜੇ ਵਸਿੰਦੇ ਸਨ, ਇੱਕ ਪਾਸੇ 300 ਪਰਿਵਾਰ ਸਨ। ਕਿਤੇ ਡਰੇ ਜਾਂ ਸਹਿਮੇ ਵੀ ਹੋਏ ਸਨ? ਬਿਲਕੁਲ ਇਹ ਉਸ ਸਮੇਂ ਜਿਹੜਾ ਮਾਹੌਲ ਸੀ ਉਹ ਡਰ ਦਾ ਮਾਹੌਲ ਸੀ, ਕਿਉਂਕਿ ਇਹ ਇੱਕ ਸਾਡੀ ਵਸੋਂ ਇੱਕ ਜਗ੍ਹਾ ਦੇ ਉੱਤੇ ਸੀ ਸਾਰੀ, ਔਰ ਚਾਰੋਂ ਪਾਸਿਆਂ ਤੋਂ ਉਹਨਾਂ ਨੇ ਬਾਹਰੋਂ ਘੇਰ ਕੇ ਉਹ ਪੱਥਰਬਾਜ਼ੀ ਕਰ ਰਹੇ ਸੀ, ਪੈਟਰੋਲ ਪੰਪ ਸੁੱਟ ਰਹੇ ਸੀ, ਤੇ ਮਾਹੌਲ ਤੇ ਬਿਲਕੁਲ ਉਸ ਸਮੇਂ ਡਰ ਦਾ ਸੀ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਲੇਕਿਨ ਸਾਡੇ ਉੱਥੇ ਮੁੰਡਿਆਂ ਨੇ ਵੀ ਫਿਰ ਅੱਗੋਂ ਦਲੇਰੀ ਦੇ ਨਾਲ ਜਿਹੜਾ ਉਹਨਾਂ ਨੇ ਮੁਕਾਬਲਾ ਕੀਤਾ, ਔਰ ਉਹਨਾਂ ਨੇ ਆਪਣੇ ਜਿਹੜੇ ਉਹਨਾਂ ਦੇ ਕੋਲ ਹਥਿਆਰ ਸ਼ਸਤਰ ਸੀ ਉਹ ਵੀ ਉਹਨਾਂ ਨੇ ਫਿਰ ਬਿਲਕੁਲ ਤਿਆਰ ਹੋ ਗਏ ਕਿ ਵੀ ਹੁਣ ਜੋ ਹੋਏਗਾ ਦੇਖੀ ਜਾਏਗੀ। ਲੇਕਿਨ ਤਦ ਤੱਕ ਜਦੋਂ ਅਸੀਂ ਪ੍ਰਸ਼ਾਸਨ ਨਾਲ ਗੱਲ ਕੀਤੀ ਤੇ ਫਿਰ ਇਹ ਮਾਹੌਲ ਇਹੋ ਜਿਹਾ ਬਣਿਆ ਕਿ ਉਹ ਜਿਹੜੀ ਫੋਰਸ ਸੀ ਉਹ ਲਗਾ ਦਿੱਤੀ ਗਈ। ਜਿਹੜੇ ਲੋਕ ਬਾਹਰੋਂ ਪੱਥਰਬਾਜ਼ੀ ਕਰ ਰਹੇ ਸੀ ਉਹਨਾਂ ਨੂੰ ਹਟਾ ਦਿੱਤਾ ਗਿਆ ਤੇ ਮਾਹੌਲ ਜਿਹੜਾ ਸੀ ਉਸ ਸਮੇਂ ਫਿਰ ਸ਼ਾਂਤ ਹੋ ਗਿਆ। ਲੇਕਿਨ ਉਹ ਡਰ ਦਾ ਮਾਹੌਲ ਜ਼ਰੂਰ ਬਣਿਆ ਹੋਇਆ ਸੀ। ਔਰ ਉਸ ਤੋਂ ਬਾਅਦ ਵੀ ਇਹ ਇੰਸੀਡੈਂਟ ਹੋਏ, ਜਿਹੜੀ ਇੱਥੇ ਦੀ ਕੁਝ ਐਸੀਆਂ ਸੰਸਥਾ ਨਹੀਂ ਕਹਿ ਸਕਦੇ ਆਪਾਂ ਉਹਨਾਂ ਨੂੰ, ਟੈਰਰਿਸਟ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਰਹਿੰਦੀਆਂ, ਉਹਨਾਂ ਨੇ ਵੀ ਧਮਕੀ ਦੇਣ ਦੀ ਕੋਸ਼ਿਸ਼ ਕੀਤੀ, ਡਰਾਉਣ ਧਮਕਾਉਣ ਦੀ। ਈਵਨ ਸਾਨੂੰ ਵੀ ਉਹਨਾਂ ਨੇ ਧਮਕੀ ਦਿੱਤੀ ਕਿ ਵੀ ਤੁਸੀਂ ਉੱਥੋਂ ਇਹਨਾਂ ਦੀ ਲੀਗਲ ਬੈਟਲ ਲੜ ਰਹੇ ਹੋ। ਅਸੀਂ ਕਾਫੀ ਕੁਝ ਕਿਹਾ, ਪਰ ਅਸੀਂ ਉਹਨਾਂ ਦੀ ਨਾ ਪਰਵਾਹ ਕਰਦੇ ਹੋਏ ਆਪਣੇ ਵੀਰਾਂ ਦੇ ਨਾਲ ਖੜੇ ਹੋ ਕੇ ਇਹ ਸਾਰੀ ਲੜਾਈ ਜਿਹੜੀ ਆ ਲੜਦੇ ਪਏ ਆ। ਕੱਲ੍ਹ ਸਾਹਿਬ ਤੁਸੀਂ ਦੱਸਿਆ ਕਿ 1.25 ਲੱਖ ਸੇ ਇੱਕ ਲੜਾਊ ਤਬੇ ਗੋਬਿੰਦ ਸਿੰਘ ਨਾਮ ਕਹਾਉਂ ਦੇ ਮਾਵਾਕਾ ਤੇ ਪਹਿਰਾ ਦਿੰਦੇ ਹੋਏ ਇੱਥੋਂ ਦੇ ਜਿਹੜੇ ਸਿੱਖ ਸਨ, ਇੱਥੋਂ ਦੇ ਜਿਹੜੇ ਨੌਜਵਾਨ ਸਨ, ਉਹਨਾਂ ਨੇ ਇਹਨਾਂ ਨਾਲ ਇਸ ਹਮਲੇ ਦਾ ਮੁਕਾਬਲਾ ਕੀਤਾ, ਆਪਣੀ ਸੁਰੱਖਿਆ ਕੀਤੀ, ਆਪਣੇ ਆਪ ਨੂੰ ਸੇਫ ਕੀਤਾ। ਪਰ ਕਿਤੇ ਕਾਰਨ ਨਹੀਂ ਸਮਝ ਆਇਆ ਇਸ ਹਮਲੇ ਦੇ ਕਾਰਨ ਕੀ ਸਨ? ਦੇਖੋ, ਕਾਰਨ ਇਹਦੇ ਪਿੱਛੇ ਪੋਲੀਟੀਕਲ ਰੀਜ਼ਨ ਸੀ, ਕਿਉਂਕਿ ਸਾਡੇ ਸਿੱਖ ਬਹੁਤ ਘੱਟ ਗਿਣਤੀ ਦੇ ਵਿੱਚ ਹੈ ਇੱਥੇ, ਔਰ ਜਦੋਂ ਕੋਈ ਵੋਟਾਂ ਦੀ ਰਾਜਨੀਤੀ ਆਉਂਦੀ ਹੈ ਜਾਂ ਫਿਰ ਇਹ ਜਿਹੜੀ ਇੱਕ ਮੈਂ ਹੋਰ ਇੱਥੇ ਜ਼ਿਕਰ ਕਰਨਾ ਚਾਹਾਂਗਾ ਵੀ ਇਹ ਜਿਹੜੀ ਜਗ੍ਹਾ ਸੀ, ਇਹ ਇੱਥੇ ਦਾ ਰਾਜਾ ਸੀ ਜਿਹੜਾ, ਉਸ ਰਾਜੇ ਨੇ ਇਹ ਜਗ੍ਹਾ ਜਿਹੜੀ ਆ ਉਹ ਅਲਾਟ ਕੀਤੀ ਸੀ, ਦਿੱਤੀ ਸੀ। ਤੇ ਹੁਣ ਕਿਉਂਕਿ ਇੱਥੇ ਸਰਕਾਰ ਹੈ, ਚੁਣੀ ਹੋਈ ਸਰਕਾਰ ਹੈ, ਤੇ ਇਹ ਜਗ੍ਹਾ ਜਿਹੜੀ ਆ ਅੱਜ ਪ੍ਰਾਈਮ ਲੋਕੇਸ਼ਨ ਹੈ। ਜਿਵੇਂ ਆਪਾਂ ਕਹਿ ਸਕਦੇ ਕਿ ਦਿੱਲੀ ਦੇ ਵਿੱਚ ਕਨੌਟ ਪਲੇਸ ਜਗ੍ਹਾ ਹੈ, ਇਸ ਤਰ੍ਹਾਂ ਇੱਥੇ ਸ਼ਿਲੌਂਗ ਦੇ ਵਿੱਚ ਪ੍ਰਾਈਮ ਲੋਕੇਸ਼ਨ ਹੈ। ਤੇ ਇਹਦੇ 'ਚ ਸਰਕਾਰ ਦੀ ਕੁਝ ਮੰਤਰੀ ਜਿਹੜੇ ਇਨਵੋਲਵ ਹੈ, ਉਹਨਾਂ ਦੀ ਮਨਸ਼ਾ ਸੀ ਕਿ ਇਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਇੱਥੋਂ ਚੁੱਕ ਕੇ ਸੁੱਟ ਦਿੱਤਾ ਜਾਏ ਬਾਹਰ, ਤੇ ਇਹ ਜਗ੍ਹਾ ਦੇ ਉੱਤੇ ਆਪਣਾ ਕਬਜ਼ਾ ਕਰਕੇ ਇਹਦੇ 'ਤੇ ਕੋਈ ਮੌਲ ਬਣਾਉਣ ਜਾਂ ਕੋਈ ਹੋਰ ਇਹੋ ਜਿਹੀਆਂ ਚੀਜ਼ਾਂ, ਸ਼ਾਪਿੰਗ ਸੈਂਟਰ ਬਣਾਉਣ, ਤੇ ਜਿਹੜੇ ਅਰਬਾਂ ਖਰਬਾਂ ਰੁਪਈਆ ਦੇ ਵਿੱਚ ਉਹ ਆਪਣੇ ਜੇਬਾਂ ਭਰਨ। ਇਹ ਵੀ ਇੱਕ ਕਾਰਨ ਸੀ ਬਹੁਤ ਵੱਡਾ। ਬੜੇ ਸੋਹਣੇ ਤੇ ਸੁਚੱਜੇ ਢੰਗ ਨਾਲ ਸਰਦਾਰ ਕਾਲੋ ਸਾਹਿਬ ਨੇ ਦੱਸਿਆ ਕਿ ਆਪਣਾ ਅੱਜ ਗੁਰਦੁਆਰਾ ਸਾਹਿਬ ਦੇ ਨਿਰਮਾਣ ਦੀ ਵੀ ਗੱਲ ਕੀਤੀ, ਆਪਣਾ ਜੋ ਲੀਗਲੀ ਕਾਰਵਾਈ ਸੀ ਉਹਦੇ ਬਾਰੇ ਵੀ ਦੱਸਿਆ, ਤੇ ਕਾਰਨ ਵੀ ਦੱਸੇ ਕਿਉਂ ਹਮਲਾ ਹੋਇਆ। ਅਸੀਂ ਧੰਨਵਾਦੀ ਹਾਂ ਕਾਲੋ ਸਾਹਿਬ ਦੇ। ਕੈਮਰਾਮੈਨ ਗੁਰਦੇਵ ਦੇ ਨਾਲ ਅੰਮ੍ਰਿਤਪਾਲ ਸਿੰਘ ਸ਼ਿਲੌਂਗ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।